ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਮੁਬਾਰਕ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਗੁਰੂਸਰ ਸਾਹਿਬ ਵਿਖੇ ਰਾਤਰੀ ਦੇ ਪਾਵਨ ਪਵਿੱਤਰ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਲਵਾ ਰਹੀ ਨਤਮਸਤਕ ਹੋ ਰਹੀ ਸਮੂਹ ਗੁਰੂ ਕੀ ਸੰਗਤ ਜੀ, ਆਓ ਸਭ ਤੋਂ ਪਹਿਲਾਂ ਗੁਰੂ ਕੀ ਬਖਸ਼ਿਸ਼ ਗੁਰਫਤਿਹ ਵਿੱਚ ਸਾਂਝ ਪਾਓ। ਰਸਨਾ ਸਫਲਾਓ, ਬੁਲੰਦ ਆਵਾਜ਼ ਵਿੱਚ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ, ਗੁਰਬਾਣੀ ਦੇ ਰਸ ਭਿੰਨੇ ਸ਼ਬਦਾਂ ਦੇ ਕੀਰਤਨ, ਸੋਦਾਰ ਸ੍ਰੀ ਰਹਿਰਾਸ ਸਾਹਿਬ ਜੀ ਕੇ ਜਾਪ और श्री मुखवाक श्रवण करके वडभागी रूहां ने लाभ खटिया लाह प्राप्त किया है। चल रही गुर इतिहास दी लड़ीवार कथा विचार दा समय, सो लड़ी जोड़न दे लई कल वाला विचारिया होया प्रसंग संखेप को मात्र फिर दोहराइए ताकि अगे आ रहे प्रसंग नूं समझना सुखाला हो जावे। गरीब नवाज साहिब श्री गुरु हरगोबिंद साहिब जी सच्चे पातशाह महाराज ने जाति मलक योधे दे सारे संस्कार का प्रबंध ਉਹਦੇ ਸਰੀਰ ਤਿਆਗਣ ਤੇ ਸਿੱਖਾਂ ਨੂੰ ਭੇਜ ਕਰਕੇ ਕਰਵਾਇਆ। ਮਰਿਆਦਾ ਮੁਤਾਬਕ ਅੰਤਮ ਸੰਸਕਾਰ ਹੋਇਆ। ਇਸ ਦੇ ਪੁੱਤਰ ਨੇ ਦਇਆ ਰਾਮ ਨੇ ਸਾਰੀ ਮਰਿਆਦਾ ਨਿਭਾਈ ਔਰ ਅੰਤਮ ਅਰਦਾਸ ਦੇ ਵਿੱਚ ਸੱਚੇ ਪਾਤਸ਼ਾਹ ਨੇ ਉਸ ਦੇ ਪੁੱਤਰ ਦੇ ਲਈ ਸੁੰਦਰ ਦੁਸ਼ਾਲਾ ਸਿਰਪਾਓ ਭੇਜਿਆ ਹੈ, ਦਸਤਾਰ ਬਖਸ਼ਿਸ਼ ਕੀਤੀ। ਕੁਝ ਦਿਨ ਬਤੀਤ ਕਰਨ ਤੋਂ ਸਤਿਗੁਰਾਂ ਦੇ ਹਜ਼ੂਰ ਆ ਕੇ ਸੇਵਾ ਕਮਾਉਣ ਲੱਗਿਆ। ਇੱਧਰ ਹੁਣ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਮਨ ਬਣਾ ਲਿਆ ਕਿ ਛੇਵੇਂ ਸਰੂਪ ਦੀ ਖੇਡ ਹੁਣ ਇਹ ਕੌਤਕ ਇੱਥੇ ਸੰਕੋਚਣੇ ਚਾਹੀਦੇ ਆ, ਸੱਚਖੰਡ ਵਿਰਾਜਣਾ ਚਾਹੀਦਾ ਹੈ। ਔਰ ਸੱਚਖੰਡ ਜਾਣ ਤੋਂ ਕੁਝ ਦਿਨ ਪਹਿਲਾਂ ਗਰੀਬ ਨਵਾਜ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕਰਨਾ ਚਾਹੁੰਦੇ ਹਨ। ਪਰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਵਿਚਾਰ ਧਾਰੀ ਕਿ ਗੁਰੂ ਹਰਿ ਰਾਏ ਸਾਹਿਬ ਜੀ ਦੀ ਆਯੂ ਬਹੁਤ ਘੱਟ ਹੈ, ਧੀਰ ਮਲ ਦਰੋਹੀ ਬਣਿਆ ਬੈਠਾ ਹੈ, ਉਹ ਕਿਤੇ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਦਵੈਸ਼ ਦੇ ਵਿੱਚ ਅਯੋਗ ਹਰਕਤ ਨਾ ਕਰੇ, ਕੋਈ ਮਸੰਦਾਂ ਨੂੰ ਨਾ ਭਰਮਾ ਲਵੇ, ਸੰਗਤ ਨੂੰ ਨਾ ਵਰਗਲਾ ਲਵੇ। ਇਸ ਲਈ ਸੱਚੇ ਪਾਤਸ਼ਾਹ ਮਹਾਰਾਜ ਨੇ ਸੰਗਤ ਦੇ ਵਿੱਚ ਸਾਰੇ ਮਸੰਦਾਂ ਨੂੰ ਇਕੱਤਰ ਕਰਕੇ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉੱਪਰ ਬਖਸ਼ਿਸ਼ਾਂ ਦਾ ਮੀਂਹ ਵਰਾਉਣ ਦੀ ਮਨ ਦੇ ਵਿੱਚ ਵਿਚਾਰ ਲਿਆਂਦੀ ਔਰ ਦੂਰ ਦਰਾਡੇ ਹੁਕਮਨਾਮੇ ਭੇਜ ਕਰਕੇ ਦੂਰੋਂ ਦੂਰੋਂ ਸਮੂਹ ਸਿੱਖ ਸੰਗਤਾਂ ਨੂੰ ਇਕੱਤਰ ਕੀਤਾ। ਦੇਸ਼ ਵਿਦੇਸ਼, ਕਾਬਲ, ਕੰਧਾਰ, ਜੇਹਲਮ, ਦੁਨੀਆ ਦੇ ਹਰ ਕੋਨੇ ਤੋਂ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸੰਗਤ ਵਸਦੀ ਹੈ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਹੁਕਮ ਨੂੰ ਸੁਣ ਕੇ ਇਕੱਤਰ ਹੋਈ।
ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸ਼ੋਭੰਸ ਵੰਸ ਸੋਢਿਆਂ ਦੀ, ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਸ਼ੋਭੰਸ ਵੰਸ ਤ੍ਰੇਹਣਾਂ ਦੀ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਭੱਲਿਆਂ ਦੀ ਸ਼ੋਭੰਸ ਵੰਸ, ਔਰ ਹੋਰ ਵੀ ਜਿੱਥੇ ਜਿੱਥੇ ਗੁਰਸਿੱਖਾਂ ਨੂੰ ਸਨੇਹ ਪਹੁੰਚੇ, ਭਾਈ ਬਹਿਲੋ ਜੀ ਇਤਿਆਦਿਕ ਇਸ ਜੰਗਲ ਦੇਸ਼ ਤੋਂ, ਮਾਲਵੇ ਦੇਸ਼ ਤੋਂ, ਪਹਾੜੀ ਇਲਾਕਿਆਂ ਦੇ ਵਿੱਚੋਂ ਹਰੇਕ ਸਿੱਖ ਜਿਸ ਨੂੰ ਸਤਿਗੁਰਾਂ ਦਾ ਹੁਕਮ ਪ੍ਰਾਪਤ ਹੋਇਆ, ਜਿਸ ਮਸੰਦ ਨੂੰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਭੇਜਿਆ ਹੋਇਆ ਸੁਨੇਹਾ ਮਿਲਿਆ, ਸਭ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਦੇ ਵਾਸਤੇ ਸਤਿਗੁਰੂ ਦੇ ਹਜ਼ੂਰ ਪਹੁੰਚੀ ਸੰਗਤ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਕਰ ਰਹੀ ਹੈ, ਭੇਟਾਵਾਂ ਅਰਪ ਰਹੀ ਹੈ, ਔਰ ਮਨ ਭਾਉਂਦੀਆਂ ਇੱਛਾਵਾਂ ਪੂਰਨ ਕਰ ਰਹੀ ਹੈ। ਇੱਥੋਂ ਤੱਕ ਆਪਾਂ ਕੱਲ੍ਹ ਦੇ ਪ੍ਰਸੰਗ ਦੇ ਵਿੱਚ ਇਤਿਹਾਸ ਵਿਚਾਰਿਆ ਸੀ। ਅੱਗੇ ਜਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਜੀਵਨ ਕੌਤਕਾਂ ਦੇ ਇਤਿਹਾਸ ਦੀ ਕਥਾ ਵਿਚਾਰ ਆ ਰਹੀ ਹੈ, ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰੀਏ ਔਰ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸ ਦੇ ਨਾਲ ਜੁੜਦਿਆਂ ਹੋਇਆਂ ਲਾਹਾ ਪ੍ਰਾਪਤ ਕਰਨ ਦਾ ਯਤਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋ ਸਭ ਆਏ ਗੁਰ ਕੇ ਦੁਆਰੇ। ਭਾਈ ਬਹਿਲੋ ਜੀ ਇਸ ਇਲਾਕੇ ਦੇ ਵਿੱਚੋਂ ਹੋਰ ਵੀ ਬਹੁਤ ਸਾਰੇ ਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਿੱਥੇ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਭੇਜਿਆ ਹੋਇਆ ਸੁਨੇਹਾ ਪਹੁੰਚਿਆ ਹੈ, ਸਭ ਚੱਲ ਕਰਕੇ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਸ਼੍ਰੀ ਕੀਰਤਪੁਰ ਸਾਹਿਬ ਸਤਿਗੁਰਾਂ ਦੇ ਦਰਵਾਜ਼ੇ ਸਤਿਗੁਰਾਂ ਦੇ ਦਰ ਤੇ ਇਕੱਤਰ ਹੋਏ ਜੀ। ਭਾਈ ਪੀਰ ਬਹੁਪੁਰ ਪਰਵਾਰੇ। ਕੀਰਤਪੁਰ ਸਾਹਿਬ ਦੇ ਵਿੱਚ ਬਹੁਤ ਸਾਰੀ ਭੀੜ, ਬਹੁਤ ਸਾਰੀ ਸਿੱਖ ਸੰਗਤ ਇਕੱਤਰ ਹੋਈ। ਦਰਸ਼ਨ ਕਰਹਿ ਅਪੂਰ ਚੜਾਵੈ। ਦਰਸ਼ਨ ਕਰਦੀਆਂ ਹਨ ਸੰਗਤਾਂ ਤੇ ਸਤਿਗੁਰਾਂ ਨੂੰ ਭੇਟਾਵਾਂ ਚੜਾਉਂਦੀਆਂ ਜੀ। ਮਨ ਬਾਛਤ ਸਿੱਖ ਸੰਗਤ ਪਾਵੈ। ਜੋ ਕਿਸੇ ਦਾ ਇੱਛਾ ਹੁੰਦੀ ਹੈ ਮਨ ਦੀ, ਉਹੋ ਹੀ ਇੱਛਾ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਜੋ ਪ੍ਰਗਟ ਕਰਦਾ ਉਹਦੀ ਪੂਰੀ ਹੋ ਜਾਂਦੀ ਹੈ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਪਾਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੈ। ਜਿਨ੍ਹਾਂ ਸਿੱਖਾਂ ਦੇ ਉੱਪਰ ਪ੍ਰਸੰਨਤਾ ਹੁੰਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਮਨ ਦੇ ਸੰਕਲਪ ਪੜ੍ਹ ਲੈਂਦੇ ਆ, ਸੰਕਲਪ ਪੂਰੇ ਕਰ ਦਿੰਦੇ ਆ। ਉਹਨਾਂ ਦੇ ਰਸਨਾ ਤੇ ਆਪ ਵਸਦੇ ਆ ਸੱਚੇ ਪਾਤਸ਼ਾਹ ਪ੍ਰਭ ਜੀ ਵਸ ਹੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦੱਸਣਾ। ਉਹਨਾਂ ਦੇ ਕੀਤੇ ਹੋਏ ਬਚਨ ਵੀ ਅਧੂਰੇ ਨਹੀਂ ਹੁੰਦੇ, ਉਹ ਵੀ ਪੂਰੇ ਹੋ ਜਾਂਦੇ ਆ। ਬੇਸ਼ੱਕ ਸਮਾਂ ਪਾ ਕੇ ਪੂਰੇ ਹੋਣ, ਪਰ ਪੂਰੇ ਜ਼ਰੂਰ ਹੁੰਦੇ। ਪਰ ਇਹ ਪ੍ਰਾਪਤੀਆਂ ਅਵਸਥਾ ਵਾਲੇ ਸਿੱਖਾਂ ਨੂੰ ਹੁੰਦੀਆਂ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਕਿਸੇ ਚੀਜ਼ ਦੀ ਤੋੜ ਥੋੜੀ ਆ ਪ੍ਰਭੂ ਮਾਲਕ ਦੇ ਦਰ ਵਿੱਚ। ਉਹਨੇ ਕਿਸੇ ਤੋਂ ਲੈ ਕੇ ਥੋੜੀ ਦੇਣਾ ਹੈ ਕੁਛ। ਹਰਨ ਭਰਨ ਜਾ ਕਾ ਨੇਤਰ ਫੋਰ, ਉਹਨੇ ਤੇ ਜਿਹਨੂੰ ਬਖਸ਼ਿਸ਼ ਕਰਨੀ ਆ ਆਪਣੇ ਨੇਤਰਾਂ ਦੇ ਇਸ਼ਾਰੇ ਦੇ ਨਾਲ ਹੀ ਕਰ ਦੇਣੀ ਆ, ਨਿਗਾਹ ਘੁਮਾ ਕੇ ਕਰ ਦੇਣੀ, ਮਿਹਰ ਦੀ ਨਜ਼ਰ ਦੇ ਨਾਲ ਹੀ ਕਰ ਦੇਣੀ। ਪਰ ਗੱਲ ਇਹ ਆ ਵੀ ਹੈ ਸਭ ਕੁਛ। ਜੇ ਆਪਾਂ ਇਹੀ ਪੰਕਤੀ ਵਿਚਾਰ ਕੇ ਰਹਿ ਜਾਈਏ ਵੀ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਜਿਹਨੂੰ ਤੂੰ ਬਖਸ਼ਿਸ਼ ਕਰਦਾ ਉਹ ਪ੍ਰਾਪਤ ਕਰਦਾ ਹੈ, ਤੇ ਫਿਰ ਕਮਾਈ ਨਾ ਕਰੀਏ ਤੇ ਫਿਰ ਨਹੀਂ ਪ੍ਰਾਪਤੀ ਹੋ ਸਕਦੀ। ਸਭ ਕੁਛ ਉਸ ਦੇ ਦਰ ਘਰ ਹੈ, ਪਰ ਉਸ ਨੂੰ ਪ੍ਰਾਪਤ ਕਰਨ ਦਾ ਉਪਾਅ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਅਗਲੀਆਂ ਪੰਕਤੀਆਂ ਵਿੱਚੋਂ ਬਖਿਆਨ ਕੀਤਾ।
ਸਦਾ ਸਿਫਤ ਸਲਾਹ ਤੇਰੇ, ਨਾਮ ਮਨ ਵਸਾਵੇ। ਪ੍ਰਾਪਤ ਸਭ ਕੁਝ ਹੁੰਦਾ ਉਹਦੇ ਦਰ ਘਰ ਸਭ ਕੁਝ ਹੈ, ਊਣਾ ਕੁਝ ਵੀ ਨਹੀਂ, ਘਾਟਾ ਕੋਈ ਵੀ ਨਹੀਂ। ਸਭ ਦਾਤਾਂ ਜੋ ਕੋਈ ਲੋਚਦਾ ਹੈ ਪ੍ਰਾਪਤ ਕਰ ਲੈਂਦਾ ਹੈ, ਪਰ ਉਹ ਜਿਹੜਾ ਸਦਾ ਉਸ ਦੀ ਸਿਫਤ ਨੂੰ, ਉਸ ਦੀ ਵਡਿਆਈ ਨੂੰ, ਉਸ ਦੀ ਸਲਾਹਤ ਨੂੰ ਤੇ ਪਰਮੇਸ਼ਰ ਦੇ ਨਾਮ ਨੂੰ ਮਨ ਵਿੱਚ ਵਸਾ ਕੇ ਰੱਖਦਾ, ਜਿਹੜਾ ਉਹਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ। ਉਹ ਜੋ ਜੋ ਮੰਗਦਾ ਹੈ ਵਾਹਿਗੁਰੂ ਤੋਂ ਉਹਨੂੰ ਪ੍ਰਾਪਤ ਹੁੰਦਾ ਜਾਂਦਾ ਹੈ। ਜੋ ਜੋ ਉਸ ਦੀ ਇੱਛਾ ਹੁੰਦੀ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕਾ ਵਸ ਹੈ ਕਾਮ ਤੇ ਨਾ, ਉਹ ਉਸ ਨੂੰ ਪ੍ਰਾਪਤ ਹੁੰਦਾ ਜਾਂਦਾ ਹੈ। ਪਰ ਜਿਹੜਾ ਸਦਾ ਉਸ ਦੀ ਸਿਫਤ, ਉਸ ਦੀ ਸਲਾਹਤ ਰਸਨਾ ਦੇ ਉੱਪਰ ਰੱਖਦਾ ਹੈ, ਔਰ ਜਿਹੜਾ ਮਨ ਦੇ ਵਿੱਚ ਉਸ ਦੇ ਪਵਿੱਤਰ ਅੰਮ੍ਰਿਤ ਨਾਮ ਨੂੰ ਵਸਾ ਕੇ ਰੱਖਦਾ ਹੈ। ਸੋ ਜਿਹੜੀਆਂ ਸਿੱਖ ਸੰਗਤਾਂ ਜੋ ਜੋ ਮਨੋਰਥ ਲੈ ਕੇ ਗਰੀਬ ਨਵਾਜ ਦੇ ਹਜ਼ੂਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਈਆਂ, ਦਰਸ਼ਨ ਕਰਕੇ ਜੋ ਜੋ ਸੰਕਲਪ ਕੀਤੇ, ਜੋ ਜੋ ਅਰਦਾਸ ਕੀਤੀ, ਉਹ ਸਭ ਕੁਛ ਆਪੋ ਆਪਣੀ ਕਮਾਈ ਮੂਜਬ, ਆਪੋ ਆਪਣੀ ਅਵਸਥਾ ਮੂਜਬ ਉਹਨਾਂ ਨੂੰ ਪ੍ਰਾਪਤ ਹੋਇਆ ਜੀ। ਮਨ ਬਾਛਤ ਸਿੱਖ ਸੰਗਤ ਪਾਵੈ, ਮਨ ਇੱਛਤ ਸਮੂਹ ਮਨੋਕਾਮਨਾਵਾਂ ਉਹਨਾਂ ਦੀਆਂ ਪੂਰੀਆਂ ਹੋ ਜਾਂਦੀਆਂ ਹਨ। ਮਦਰ ਦੇਸ਼ ਲਾਹਪੁਰ ਤੇ ਆਦ, ਮਦਰ ਨਾਮ ਇੱਥੇ ਪੰਜਾਬ ਦਾ ਹੈ, ਪੰਜਾਬ ਲਾਹੌਰ ਇਤਿਆਦਿਕ ਤੋਂ ਚੱਲ ਕਰਕੇ ਸਿੱਖ ਆਏ ਦੇਖੇ ਅਹਿਲਾਦ, ਸਿੱਖ ਚੱਲ ਕਰਕੇ ਆਏ ਬੜੀ ਪ੍ਰਸੰਨਤਾ ਨਾਲ, ਉਤਸ਼ਾਹ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਦੇ ਹਨ। ਪ੍ਰਥਮ ਗੁਰਨ ਤੇ ਮੰਜੀ ਲਹੇ, ਜਿਨ੍ਹਾਂ ਨੇ ਪਹਿਲਾਂ ਗੁਰੂ ਸਾਹਿਬਾਨਾਂ ਤੋਂ ਮੰਜੀ ਪ੍ਰਾਪਤ ਕੀਤੀ ਸੀ, ਪ੍ਰਚਾਰਕਾਂ ਦੀਆਂ ਪਦਵੀਆਂ ਪ੍ਰਾਪਤ ਕੀਤੀਆਂ ਸਨ। ਪੰਚਹੁ ਤੇ ਜੀਵਤ ਜੇ ਰਹੇ, ਉਹਨਾਂ ਵਿੱਚੋਂ ਜਿਹੜੇ ਜੀਵਤ ਰਹਿ ਗਏ ਸਨ ਸਰੀਰ ਕਰਕੇ, ਸੋ ਸਭ ਆਏ ਚਿਤਵਿਤ ਐਸੇ, ਉਹ ਵੀ ਸਾਰੇ ਸਤਿਗੁਰੂ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਦੇ ਹਾਜ਼ਰ ਹੋਏ। ਇਸ ਤਰੀਕੇ ਦੀ ਵਿਚਾਰ ਕਰਦਿਆਂ, ਹਿਰਦੇ ਦੇ ਵਿੱਚ ਚਿਤਵਣੀਆਂ ਕਰਦਿਆਂ ਹੋਇਆਂ, ਗਰਨ ਕਰੇ ਏਕ ਠੇਕ ਐਸੇ, ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਥਾਂ ਤੇ ਕਿਉਂ ਇਕੱਤਰ ਕੀਤਾ ਹੈ ਸਾਰੀ ਸਿੱਖ ਸੰਗਤ ਤਾਈਂ। ਕਿਨਹੂ ਕਿਉਂ ਨਾ ਜਾਣੀ ਬਾਤ, ਕਿਸ ਮਨੋਰਥ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਿਉਂਦੇ ਭੇਜੇ ਆ, ਬੁਲਾਵੇ ਭੇਜੇ ਆ, ਇਹ ਗੱਲ ਕਿਸੇ ਨੂੰ ਵੀ ਕਿਉਂ ਨਹੀਂ ਗਿਆਤ ਹੋਈ ਵੀ ਇਹਦੇ ਪਿੱਛੇ ਕਾਰਨ ਕੀ ਆ, ਇਹ ਕੋਈ ਜਾਣ ਕਿਉਂ ਨਹੀਂ ਸਕਿਆ। ਸੁਨ ਸੁਨ ਹੁਕਮ ਪਹੁੰਚ ਅਵਦਾਤ, ਬਸ ਜਿਹਨੂੰ ਹੁਕਮ ਪਹੁੰਚਿਆ ਹੈ ਕਾਹਲੀ ਦੇ ਨਾਲ ਸਾਰੇ ਛੇਤੀ ਨਾਲ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਪਹੁੰਚ ਗਏ, ਸਨਮੁਖ ਪਹੁੰਚ ਗਏ ਜੀ। ਦੇਸ਼ ਦੁਆਬਾ ਪੁਨਹ ਪੁਆਧ, ਦੁਆਬੇ ਦੇਸ਼ ਤੋਂ ਫਿਰ ਪੁਆਧੀ ਦਾ ਜਿਹੜਾ ਇਲਾਕਾ ਹੈ, ਆ ਪਟਿਆਲੇ ਤੋਂ ਸਰਹੰਦ ਵਾਲੇ ਪਾਸੇ ਤੱਕ ਦਾ ਇਹ ਜਿਹੜਾ ਸਾਰਾ ਏਰੀਆ ਹੈ ਜੀ। ਪੁਰ ਗ੍ਰਾਮਨ ਤੇ ਸੁਣ ਸਿੱਖ ਸਾਧ, ਨਗਰਾਂ ਦੇ ਵਿੱਚੋਂ, ਪਿੰਡਾਂ ਦੇ ਵਿੱਚੋਂ ਸੁਣ ਕਰਕੇ ਜਿਹੜੇ ਸਿੱਖ ਵਸਦੇ ਆ, ਜਿਨ੍ਹਾਂ ਨੇ ਮਨ ਨੂੰ ਸਾਧਿਆ, ਜਿਹੜੇ ਸਾਧੂ ਵਸਦੇ ਆ, ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ ਨੂੰ ਜਾਣਦੇ ਹਨ, ਸਭ ਆਨ ਪਹੁੰਚੇ ਸਤਿਗੁਰਪੁਰ ਮੈਂ, ਉਹ ਸਾਰੇ ਸਤਿਗੁਰਾਂ ਦੇ ਪਾਵਨ ਨਗਰੀ ਕੀਰਤਪੁਰ ਸਾਹਿਬ ਦੇ ਵਿੱਚ ਆਣ ਕਰਕੇ ਪਹੁੰਚ ਗਏ ਜੀ। ਪੁਰ ਵਹਿ ਕਰਹਿ ਕਾਮਨਾ ਉਰ ਮੈਂ, ਜੋ ਕੋਈ ਕਾਮਨਾ ਸਤਿਗੁਰਾਂ ਦੇ ਸਨਮੁਖ ਦਰਸ਼ਨ ਕਰਕੇ ਆਪਣੇ ਹਿਰਦੇ ਵਿੱਚ ਕਰਦਾ, ਗਰੀਬ ਨਵਾਜ ਪੂਰੀ ਕਰ ਦਿੰਦੇ ਹਨ। ਪੁਨ ਸਤਿਗੁਰ ਦਾਸੀ ਸਮਝਾਈ, ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸੇਵਕਾਂ ਨੂੰ ਸਮਝਾਇਆ, ਬਠੀ ਨੋਖਾ ਢਿਗ ਸਗਲ ਸੁਨਾਈ, ਔਰ ਭੇਜਿਆ ਹੈ ਆਪਣੀ ਨਹੁੰ ਦੇ ਪਾਸ, ਭਾਵ ਸ੍ਰੀ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ੁਭ ਮਾਤਾ ਜੀ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਸ਼ੁਭ ਮਹਿਲ, ਉਹਨਾਂ ਦੇ ਪਾਸ ਜਾ ਕਰਕੇ ਸਾਰੀ ਗੱਲ ਸਮਝਾ ਦਿੱਤੀ ਕਿ ਅਸੀਂ ਤੁਹਾਡੇ ਪੁੱਤਰ ਨੂੰ ਇਹ ਬਖਸ਼ਿਸ਼ ਕਰਨੀ ਹੈ। ਧੀਰ ਮਲ ਨਿਜ ਸੁਤ ਕੋ ਅੰਨ ਹੋ, ਕਿ ਤੁਸੀਂ ਕੋਸ਼ਿਸ਼ ਕਰੋ, ਜੇ ਆ ਸਕਦਾ ਤੁਹਾਡਾ ਵੱਡਾ ਸੁਪੁੱਤਰ ਧੀਰਮਲ,
ਉਹਨੂੰ ਵੀ ਇਸ ਇਕੱਠ ਦੇ ਵਿੱਚ ਲਿਆਂਦਾ ਜਾਵੇ। ਮਿਲਹਿ ਸਭਨ ਸੋ ਹੁਕਮ ਬਖਾਨਹੁ। ਔਰ ਉਸ ਦੇ ਤਾਈਂ ਹੁਕਮ ਕਰੋ ਜਾ ਕਰਕੇ ਕਿ ਉਹ ਸਾਰਿਆਂ ਦੇ ਨਾਲ ਹੁਣ ਮਿਲਾਪ ਕਾਇਮ ਕਰ ਲਵੇ। ਸੁਨ ਗਮਨੀ ਤਬ ਪੁਰ ਕਰਤਾਰ। ਸੁਣ ਕਰਕੇ ਇਸ ਗੱਲ ਦੇ ਤਾਈਂ ਮਾਤਾ ਅਨੰਤੀ ਜੀ ਉਸ ਸਮੇਂ ਕਰਤਾਰਪੁਰ ਸਾਹਿਬ ਪਹੁੰਚੇ ਹਨ। ਸੁਤ ਸੋ ਜਾਏ ਮਿਲੀ ਹਿਤ ਧਾਰ। ਬੜੇ ਪ੍ਰੇਮ ਨਾਲ ਜਾ ਕਰਕੇ ਧੀਰਮਲ ਜੀ ਦੇ ਨਾਲ ਮਿਲਾਪ ਕੀਤਾ ਮਾਤਾ ਜੀ ਨੇ। ਧੀਰ ਮੱਲ ਕੋ ਬਹੁ ਸਮਝਾਇਓ। ਔਰ ਬੜੇ ਪ੍ਰਕਾਰ ਦੇ ਨਾਲ ਹਰੇਕ ਹੀਲੇ ਯਤਨ ਨਾਲ ਧੀਰਮਲ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਅਬ ਗਮਨ ਹੋ ਤੁਝ ਗੁਰੂ ਬੁਲਾਇਓ। ਕਿ ਹੁਣ ਤੂੰ ਚੱਲ ਕੀਰਤਪੁਰ ਸਾਹਿਬ, ਤੇਰੇ ਤਾਈਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਬੁਲਾਇਆ ਹੈ। ਸ਼੍ਰੀ ਹਰਿ ਰਾਏ ਅਨੁਜ ਹੈ ਤੇਰੋ। ਸ਼੍ਰੀ ਗੁਰੂ ਹਰਿ ਸਾਹਿਬ ਜੀ ਤੁਹਾਡੇ ਭਰਾਤਾ ਹੈ ਛੋਟੇ। ਤਿਸ ਪਰ ਗੁਰ ਕੋ ਰੁਖ ਬਹੁ ਤੇਰੋ। ਉਹਨਾਂ ਦੇ ਉੱਪਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਖੁਸ਼ੀ ਹੈ, ਪਰ ਵਿਸ਼ੇਸ਼ ਮਿਹਰ ਦੀ ਨਿਗਾਹ ਉਹਨਾਂ ਦੇ ਉੱਪਰ ਗਰੀਬ ਨਵਾਜ ਸੱਚੇ ਪਾਤਸ਼ਾਹ ਪ੍ਰਸੰਨਤਾ ਧਾਰਦੇ ਹਨ। ਲਖੀ ਜਾਏ ਅਰ ਬਿਦਤੀ ਬਾਤ। ਜਾਣਿਆ ਵੀ ਜਾਂਦਾ ਹੈ ਤੇ ਇਹ ਗੱਲ ਸਾਰਿਆਂ ਦੇ ਵਿੱਚ ਹੁਣ ਪ੍ਰਗਟ ਵੀ ਹੋ ਗਈ ਹੈ, ਕਿਸੇ ਤੋਂ ਛੁਪੇ ਵੀ ਨਹੀਂ। ਤਿਸ ਕੋ ਗੁਰਤਾ ਦੇ ਅਵਦਾਤ। ਕਿ ਇਹ ਗੁਰਤਾ ਗੱਦੀ ਦੀ ਜੋ ਸ਼ੁਭ ਦਾਤ ਹੈ ਉਹ ਗੁਰੂ ਹਰਿ ਰਾਏ ਸਾਹਿਬ ਜੀ ਦੇ ਤਾਈਂ ਬਖਸ਼ਿਸ਼ ਕਰਨਗੇ। ਤੂੰ ਜੇ ਨਿਕਟ ਰਹਿ ਅਨੁਸਾਰੀ। ਜੇ ਤੂੰ ਆਗਿਆ ਦੇ ਵਿੱਚ ਅਨੁਸਾਰੀ ਹੋ ਕਰਕੇ ਗੁਰਮਤਿ ਨੂੰ ਧਾਰਨ ਕਰਕੇ ਉਹਨਾਂ ਦੇ ਪਾਸ ਰਹੇਗਾ। ਜੇਸ਼ਟ ਭਰਾਤ ਮਹਾਮਤ ਧਾਰੀ। ਵੱਡਾ ਭਰਾਤ ਹੈ ਤੂੰ, ਸੋਝੀ ਧਾਰ ਕੇ ਰਹਿ ਉਹਨਾਂ ਦੇ ਨਾਲ। ਵੱਡਾ ਹੋਣ ਦੇ ਨਾਤੇ ਮਤ ਵੀ ਵੱਡੀ ਰੱਖ, ਵੱਡਾ ਹੋਣ ਦੇ ਨਾਤੇ ਸੋਚ ਵੀ ਵੱਡੀ ਰੱਖ। ਵੱਡਾ ਹੈ ਇਸ ਕਰਕੇ ਗੁਰੂ ਹਰਿ ਸਾਹਿਬ ਜੀ ਦਾ ਸਾਥ ਦੇ। ਜੇ ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਆ ਗੁਰਤਾ ਗੱਦੀ ਦੀ। ਉਹ ਚਿੱਤ ਆਹ ਗਾਦੀ ਪਰ ਬੈਠਨ। ਸੋਚ ਆਪਣੀ ਮਤ ਦੇ ਨਾਲ, ਡੁੰਗਿਆਈ ਦੇ ਨਾਲ ਉਹੋ ਹੀ ਯੋਗ ਹੈ ਗੁਰਤਾ ਗੱਦੀ ਦੇ ਉੱਪਰ ਸੁਭਾਇਮਾਨ ਹੋਣ ਦੇ। ਸਿੱਖ ਸੰਗਤ ਸਭ ਕੀਨ ਇਕੱਠਨ। ਉਹਨਾਂ ਨੇ ਸਾਰੀ ਸਿੱਖ ਸੰਗਤ ਨੂੰ ਇਕੱਤਰ ਕਰ ਲਿਆ ਹੈ ਦੇਸ਼ਾਂ ਵਿਦੇਸ਼ਾਂ ਦੀ ਨੂੰ। ਪ੍ਰਿਥਕ ਰਹਿਣ ਤੁਝ ਕਿਉਂ ਬਨ ਆਵੈ। ਇਸ ਕਰਕੇ ਹੁਣ ਸਾਰੀ ਸੰਗਤ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਗੁਰੂ ਮੰਨੇਗੀ। ਫਿਰ ਤੈਨੂੰ ਵੱਖਰਾ ਰਹਿਣਾ ਕਿਉਂ ਬਣ ਆਉਂਦਾ? ਤੂੰ ਕਿਉਂ ਵੱਖਰਾ ਹੋ ਕਰਕੇ ਟੁੱਟ ਕਰਕੇ ਬੈਠਾ ਹੋਇਆ ਹੈ? ਗੁਰਤੇ ਗੁਰਤੇ ਗੁਰਤਾ ਕਿਉਂ ਨਹਿ ਪਾਵੈ। ਤੂੰ ਗੁਰੂ ਸਾਹਿਬ ਜੀ ਦੇ ਪਾਸੋਂ ਗੁਰਤਾ ਗੱਦੀ ਨੂੰ ਪ੍ਰਾਪਤ ਕਿਉਂ ਨਹੀਂ ਕਰਦਾ? ਇਤਿਆਦਿਕ ਸਮਝਾਏ ਕਨੇਰਾ। ਇਤਿਆਦਿਕ ਜੇਸ਼ਟ ਭਰਾਤਾ ਗੁਰਤੇ ਗੁਰਤਾ ਕਿਉਂ ਨਹਿ ਪਾਵੈ। ਉਹਨਾਂ ਨੇ ਪ੍ਰਸੰਨਤਾ ਪ੍ਰਾਪਤ ਕੀਤੀ ਹੈ, ਇਸ ਕਰਕੇ ਉਹਨਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੋ ਰਹੀ ਹੈ। ਤੇ ਤੈਨੂੰ ਕਿਸੇ ਵੀ ਪ੍ਰਕਾਰ ਗੁਰੂ ਸਾਹਿਬ ਦੇ ਪਾਸੋਂ ਗੁਰਤਾ ਗੱਦੀ ਨਹੀਂ ਪ੍ਰਾਪਤ ਹੋਣੀ। ਤੂੰ ਬੇਸ਼ੱਕ ਆਪਣੇ ਆਪ ਬਣ ਜਾਵੀਂ, ਹੰਕਾਰ ਹੈ ਤੇਰੀ ਮੱਤ ਦੇ ਵਿੱਚ, ਉਹ ਗੱਲ ਵੱਖਰੀ ਹੈ ਵੀ ਆਪਦੇ ਆਪ ਨੂੰ ਆਪੇ ਗੁਰੂ ਸਾਬਤ ਕਰਨ ਦੀ ਕੋਸ਼ਿਸ਼ ਕਰੇ, ਪਰ ਗੁਰੂ ਸਾਹਿਬ ਜੀ ਦੇ ਪਾਸੋਂ ਕਿਸੇ ਪ੍ਰਕਾਰ ਵੀ ਤੈਨੂੰ ਇਹ ਬਖਸ਼ਿਸ਼ ਪ੍ਰਾਪਤ ਨਹੀਂ ਹੋਣੀ। ਧੀਰ ਮੱਲ ਸੁਣ ਕਰ ਤਿਸ ਬੇਰਾ। ਜਦੋਂ ਧੀਰਮਲ ਨੇ ਉਸ ਸਮੇਂ ਇਹ ਬਚਨ ਸੁਣੇ ਹਨ, ਮੋਟਿਗ ਆਹ ਗ੍ਰੰਥ ਵਡਿਆਈ। ਕਹਿਣ ਲੱਗਾ ਮੈਂ ਇਸ ਆਸਰੇ ਬਣਾਂਗਾ ਗੁਰੂ। ਜੇ ਗੁਰੂ ਨਹੀਂ ਮੇਰੇ ਤੇ ਬਖਸ਼ਿਸ਼ ਕਰਨਗੇ ਨਾ ਕੋਈ ਗੱਲ ਨਹੀਂ, ਮੇਰੇ ਪਾਸ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਾਤਨ ਸਰੂਪ ਹੈ। ਇਹ ਉਹੀ ਸਰੂਪ ਸੀ ਜਿਹੜਾ ਭਾਈ ਗੁਰਦਾਸ ਸਾਹਿਬ ਜੀ ਪਾਸੋਂ ਕਰਤੇ ਪੁਰਖ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਲਿਖਾਰੀ ਲਗਵਾ ਕਰਕੇ ਆਪ ਬਾਣੀ ਉਚਾਰਨ ਕਰਕੇ ਲਿਖਵਾਇਆ ਸੀ। ਸੋ ਕਹਿਣ ਲੱਗਾ ਉਹ ਗ੍ਰੰਥ ਸਾਹਿਬ ਜੀ ਦੀ ਪਾਵਨ ਬੇੜ, ਉਹ ਪਾਵਨ ਸਰੂਪ ਮੇਰੇ ਪਾਸ ਹੈ ਇਸ ਵਕਤ। ਤਿਸੀ ਜ਼ੋਰ ਲਿਓ ਗੁਰਤਾ ਪਾਈ। ਉਸੇ ਦੇ ਜ਼ੋਰ ਦੇ ਆਸਰੇ ਮੈਂ ਗੁਰਤਾ ਗੱਦੀ ਪ੍ਰਾਪਤ ਕਰ ਲਵਾਂਗਾ। ਆਹ ਵੱਡਨ ਕੀ ਬੜੀ ਨਿਸ਼ਾਨੀ। ਉਹ ਮੇਰੇ ਵੱਡਿਆਂ ਦੀ ਵੱਡੀ ਨਿਸ਼ਾਨੀ ਮੇਰੇ ਪਾਸ ਹੈ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ। ਸਿੱਖ ਸੰਗਤ ਅਸ ਕੋ ਨਹਿ ਮਾਨੀ। ਐਸੀ ਕਿਹੜੀ ਸਿੱਖ ਸੰਗਤ ਹੈ, ਕਿਹੜਾ ਸਿੱਖ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪਾਵਨ ਸਰੂਪ ਨੂੰ ਮੰਨੇਗਾ ਨਹੀਂ। ਔਰ ਇਸ ਪਾਵਨ ਗ੍ਰੰਥ ਦੇ ਬੀੜ ਦੇ ਮੇਰੇ ਪਾਸ ਹੁੰਦਿਆਂ ਹੋਇਆਂ ਸਰੂਪ ਦੇ
ਮੈਨੂੰ ਗੁਰੂ ਮੰਨਣ ਤੋਂ ਇਨਕਾਰੀ ਹੋ ਜਾਵੇਗਾ। ਰਹਿਓ ਪ੍ਰਥਮ ਹੀ ਪ੍ਰਿਥਕ ਇਸੀ ਤੇ। ਇਸੇ ਕਰਕੇ ਮੈਂ ਪਹਿਲਾਂ ਤੋਂ ਹੀ ਵੱਖਰਾ ਹੋ ਰਿਹਾ ਹਾਂ, ਮੈਂ ਉਹਨਾਂ ਨਾਲ ਮਿਲਾਪ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਲੈ ਨਾ ਸਕੇ ਕੋ ਗ੍ਰੰਥ ਜਿਸੀ ਤੇ। ਇਸੇ ਕਰਕੇ ਕਿ ਉਹ ਮੇਰੇ ਪਾਸੋਂ ਇਹ ਪਾਵਨ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਾਪਤੀ ਨਾ ਕਰ ਸਕਣ। ਤੁਰਕੇਸ਼ਵਰ ਸੋ ਮਮ ਬਨਿਆਈ। ਮੇਰੀ ਤੁਰਕਾਂ ਦੇ ਨਾਲ ਸਾਂਝ ਪੈ ਗਈ ਹੈ। ਹੁਣ ਮੈਂ ਬਾਦਸ਼ਾਹ ਜਹਾਂਗੀਰ ਨੂੰ ਚਿੱਠੀ ਲਿਖੀ ਹੈ। ਪੁਰ ਰਾਖਾਂ ਅਸਵਾਰ ਚੜਾਈ। ਮੈਂ ਮੁਗਲ ਘੋੜਸਵਾਰਾਂ ਦੇ ਚੜ੍ਹਾਈ ਕਰਨ ਤੋਂ ਇਸ ਨਗਰ ਨੂੰ ਰੱਖਾਂਗਾ, ਮੈਂ ਇਸ ਦੀ ਰੱਖਿਆ ਕਰਾਂਗਾ। ਮੈਂ ਉਨ ਮੁਗਲਾਂ ਦੇ ਨਾਲ ਸਾਂਝ ਪਾ ਕੇ ਰੱਖਾਂਗਾ ਵੀ ਉਹ ਚੜ੍ਹਾਈ ਨਾ ਕਰਨ। ਦਿਓ ਨੌਕਰੀ ਬਿਗਰੈ ਨਾਹੀ। ਮੈਂ ਕੁਝ ਅਸਵਾਰ ਵੀ ਤਿਆਰ ਕਰਾਂਗਾ ਆਪਣੇ ਨਾਲ, ਫੌਜੀ ਸੈਨਿਕ ਵੀ, ਉਹਨਾਂ ਨੂੰ ਮੈਂ ਨੌਕਰੀਆਂ ਦੇਵਾਂਗਾ, ਤਨਖਾਹਾਂ ਦੇਵਾਂਗਾ ਉਹਨਾਂ ਨੂੰ, ਜਿਸ ਦਾ ਕਰਕੇ ਕਿ ਉਹਨਾਂ ਦਾ ਵਿਗਾੜ ਨਾ ਪਵੇ ਮੇਰੇ ਨਾਲ। ਸੁਖ ਸੋ ਬਸਾਂ ਸਦਾ ਪੁਰ ਮਾਹੀ। ਇਸ ਤਰੀਕੇ ਨਾਲ ਮੈਂ ਸਦਾ ਸੁਖ ਦੇ ਨਾਲ ਇਸ ਨਗਰ ਦੇ ਵਿੱਚ ਦਿਨ ਬਤੀਤ ਕਰਾਂਗਾ। ਏਮ ਸੁਨ ਪੁਨ ਨੀਤੀ ਸਮਝਾਇਓ। ਇਸ ਤਰੀਕੇ ਦੇ ਨਾਲ ਸੁਣ ਕਰਕੇ ਫਿਰ ਮਾਤਾ ਨੇਤੀ ਜੀ ਨੇ ਗੁਰੂ ਹਰਿਰਾਏ ਸਾਹਿਬ ਜੀ ਦੇ ਸ਼ੁਭ ਮਹਿਲ ਔਰ ਬਾਬਾ ਵਾਹਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਦੇ ਮਾਤਾ ਜੀ, ਮਹਿਲ ਨਹੀਂ ਗਲਤੀ ਹੋ ਗਈ ਬੋਲਣ ਵਿੱਚ, ਮੁਆਫੀ ਸੰਗਤ ਜੀ, ਗੁਰੂ ਹਰਿਰਾਏ ਸਾਹਿਬ ਜੀ ਦੇ ਮਾਤਾ ਜੀ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਮਹਿਲ ਹੈ ਔਰ ਧੀਰਮਲ ਜੀ ਦੇ ਵੀ ਮਾਤਾ ਜੀ ਹੈ, ਮਾਤਾ ਨੀਤੀ ਜੀ। ਸੁਣ ਕਰਕੇ ਫਿਰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜੀ। ਤੂੰ ਬੁੱਧਵਾਨ ਕਰਹਿ ਮਨ ਭਾਇਓ। ਮਾਤਾ ਜੀ ਕਹਿਣ ਲੱਗੇ ਤੂੰ ਬੁੱਧੀਵਾਨ ਹੈ, ਸਮਝਦਾਰ ਹੈ, ਫਿਰ ਕਿਉਂ ਆਪਣੇ ਮਨ ਦੇ ਪਿੱਛੇ ਲੱਗਿਆ ਹੋਇਆ, ਤੂੰ ਮਾੜੀਆਂ ਗੱਲਾਂ ਕਿਉਂ ਕਰਦਾ ਹੈ, ਕਿਉਂ ਉਹਨਾਂ ਮਨ ਦੀਆਂ ਮੱਤਾਂ ਨੂੰ ਅਪਣਾ ਰਿਹਾ ਹੈ। ਤਉ ਵਿਚਾਰ ਹੇਰ ਮਨ ਮਾਹੀ। ਫਿਰ ਵੀ ਜੇ ਤੂੰ ਕਰਨੀਆਂ ਹੀ ਆ ਮਨ ਆਈਆਂ ਤਾਂ ਵੀ ਆਪਣੇ ਮਨ ਦੇ ਵਿੱਚ ਇੱਕ ਵਾਰੀ ਵਿਚਾਰ ਤੇ ਕਰਕੇ ਵੇਖ ਲੈ। ਬਿਗਰਹਿ ਕਹਾਂ ਗਏ ਗੁਰ ਪਾਹੀ। ਜੇ ਤੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਚਲਿਆ ਜਾਏਗਾ ਤੇਰਾ ਕੀ ਵਿਗੜ ਜਾਏਗਾ। ਗ੍ਰੰਥ ਨਾ ਚੀਨਹਿ ਤਰਾਸ ਜੇ ਧਰ ਹੋ। ਜੇ ਤੈਨੂੰ ਇਹ ਡਰ ਹੈ ਵੀ ਮੇਰੇ ਪਾਸੋਂ ਗੁਰੂ ਸਾਹਿਬ ਜੀ ਪਾਵਨ ਸਰੂਪ ਪ੍ਰਾਪਤ ਕਰ ਲੈਣਗੇ, ਖੋਹ ਲੈਣਗੇ, ਤੇ ਵੀ ਡਰ ਹਿਰਦੇ ਵਿੱਚੋਂ ਵਸਾਰ ਦੇ। ਸੱਚੇ ਪਾਤਸ਼ਾਹ ਤੇਰੇ ਪਾਸੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਕਦੇ ਵੀ ਖੋਣਗੇ ਨਹੀਂ। ਨਹਿ ਨਿਜ ਸੰਗ ਲਿਜਾਵਨ ਕਰਹੋ। ਉਹ ਸਰੂਪ ਤੂੰ ਨਾਲ ਲੈ ਕਰਕੇ ਹੀ ਨਾ ਜਾ, ਇੱਕ ਵਾਰੀ ਤੂੰ ਚਲਿਆ ਜਾ ਸਤਿਗੁਰਾਂ ਦੇ ਪਾਸ ਤੇ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਤੂੰ ਇੱਥੇ ਰਹਿਣ ਦੇ। ਜੇ ਗੁਰ ਕਿਰਪਾ ਤੋਹਿ ਪਰ ਧਾਰ ਹੈ। ਜੇ ਤੇਰੇ ਉੱਪਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨਗੇ। ਗੁਰਤਾ ਗਾਦੀ ਪਰ ਬੈਠਾ ਰਹਿ। ਜੇ ਤੈਨੂੰ ਸ਼ਰਨ ਆਏ ਨੂੰ ਵੇਖ ਕੇ ਵੱਡਾ ਵਿਚਾਰ ਕੇ ਗੁਰਤਾ ਗੱਦੀ ਦੇ ਉੱਪਰ ਸੁਭਾਇਮਾਨ ਕਰ ਦੇਣਗੇ। ਬਨਹਿ ਬਾਤ ਸੋ ਬਨਹਿ ਬਾਤ ਤਉ ਸਭ ਵਿਦ ਤੇਰੀ। ਫਿਰ ਤਾਂ ਤੇਰੀ ਸਾਰਿਆਂ ਤਰੀਕਿਆਂ ਦੇ ਨਾਲ ਹੀ ਗੱਲ ਬਣ ਆਵੇਗੀ, ਤੇਰੇ ਹਿਰਦੇ ਦੀ ਇੱਛਾ ਪੂਰੀ ਹੋ ਜਾਵੇਗੀ। ਜਿਤ ਕਿਤ ਪੂਜਾ ਹੋਏ ਕਨੇਰੀ। ਜਿੱਥੇ ਕਿੱਥੇ ਤੇਰੀ ਪੂਜਾ ਹੋਏਗੀ ਚਾਰ ਸਫੇਰੇ ਸਿੱਖ ਸੰਗਤਾਂ ਤੈਨੂੰ ਝੁਕਣਗੀਆਂ, ਨਿਆਉਣਗੀਆਂ। ਜੇ ਤੁਮ ਅਨਜ ਪਾਏ ਵਡਿਆਈ। ਜੇ ਤੈਨੂੰ ਨਾ ਪ੍ਰਾਪਤ ਹੋਈ ਗੁਰਤਾ ਗੱਦੀ, ਤੇਰੇ ਭਰਾਤਾ ਭਾਵ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਹੋ ਗਈ, ਤਉ ਭਲੀ ਜਾਨਹੁ ਮਨ ਭਾਈ। ਤਾਂ ਵੀ ਚੰਗੀ ਗੱਲ ਹੈ। ਇਹ ਵੀ ਮਨ ਨੂੰ ਭਾਉਣ ਵਾਲੀ ਹੈ, ਸਕੂਨ ਦੇਣ ਵਾਲੀ ਹੈ, ਸੁਖ ਦੇਣ ਵਾਲੀ ਹੈ। ਤੈਨੂੰ ਮਿਲ ਗਈ, ਤੈਨੂੰ ਨਹੀਂ ਮਿਲੀ, ਤੇਰੇ ਭਰਾ ਨੂੰ ਮਿਲ ਗਈ ਤਾਂ ਵੀ ਸੁਖ ਹੀ ਮਨਾ, ਕਿਉਂਕਿ ਇਹ ਤੁਹਾਡੇ ਹੀ ਪਾਵਨ ਗ੍ਰਹਿ ਵਿਖੇ ਗੁਰਤਾ ਗੱਦੀ ਹੈ, ਜੋ ਇਹ ਬਖਸ਼ਿਸ਼ ਤੁਹਾਨੂੰ ਹੀ ਹੋ ਰਹੀ ਹੈ ਦੋਵਾਂ ਭਰਾਵਾਂ ਚੋਂ ਇੱਕ ਨੂੰ। ਇਸ ਕਰਕੇ ਮਨ ਦੀ ਮੈਲ ਤੇ ਵਿਅਰਥ ਦੀ ਈਰਖਾ, ਇਹ ਵਾਧੂ ਦੀਆਂ ਕੋਝੀਆਂ ਜਿਹੜੀਆਂ ਸੋਚਾਂ ਤੇਰੀਆਂ, ਇਹਨਾਂ ਦਾ ਤਿਆਗ ਕਰਦੇ ਹੁਣ। ਤੋਹੇ ਚਚੇ ਜੇ ਗੁਰਤਾ ਪਾਵਹਿ। ਤੇ ਜੇ ਕਰਕੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਵੀ ਨਾ ਗੁਰਤਾ ਗੱਦੀ ਪ੍ਰਾਪਤ ਹੋਈ, ਤੇਰੇ ਚਾਚਿਆਂ ਦੇ ਵਿੱਚੋਂ ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਜਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਸਨ ਸਰੀਰ ਕਰਕੇ, ਬਾਬਾ ਗੁਰਦਿੱਤਾ ਜੀ ਤੇ ਬਾਬਾ ਅਟਲ ਰਾਏ ਜੀ ਸਤਿਗੁਰਾਂ ਦੇ 5 ਸਪੁੱਤਰਾਂ ਵਿੱਚੋਂ ਸੱਚਖੰਡ ਬਿਆਨਾ ਕਰ ਚੁੱਕੇ ਸੀ।
ਸੋ ਜੇ ਤੇਰੇ ਚਾਚਿਆਂ ਦੇ ਤਾਈਂ ਗੁਰਤਾ ਗੱਦੀ ਦੀ ਬਖਸ਼ਿਸ਼ ਹੋ ਜਾਵੇਗੀ। ਰਸਹਿ ਗੁਰੂ ਤਾ ਦੋਹੇ ਨਾ ਬਿਠਾਵਹਿ। ਜੇ ਗਰੀਬ ਨਵਾਜ ਸੱਚੇ ਪਾਤਸ਼ਾਹ ਅਪ੍ਰਸੰਨ ਹੋ ਗਏ, ਕਿਤੇ ਐ ਨਾ ਹੋਵੇ ਵੀ ਤੁਹਾਡੇ ਦੋਵਾਂ ਚੋਂ ਕਿਸੇ ਨੂੰ ਹੀ ਗੁਰਤਾ ਗੱਦੀ ਦੇ ਉੱਪਰ ਸੁਭਾਇਮਾਨ ਨਾ ਕਰਵਾਉਣ। ਜਾਂ ਤੇ ਸਮਝ ਚਲਾਓ ਗੁਰ ਪਾਸ। ਇਸ ਕਰਕੇ ਸਮਝ ਆਪਣੇ ਮਨ ਦੇ ਵਿੱਚ ਤੇ ਸਤਿਗੁਰੂ ਸਾਹਿਬ ਜੀ ਦੇ ਪਾਸ ਉੱਠ ਕੇ ਚੱਲ। ਇਹ ਮਾਤਾ ਜੀ ਇਹਦੇ ਹਿਰਦੇ ਦੇ ਵਿੱਚੋਂ ਗੁਰੂ ਹਰਿਰਾਏ ਸਾਹਿਬ ਜੀ ਦੇ ਪ੍ਰਤੀ ਬਣਿਆ ਹੋਇਆ ਦਵੈਸ਼ ਦੂਰ ਕਰਨਾ ਚਾਹੁੰਦੇ ਆ। ਇਸ ਮਨਸ਼ਾ ਨਾਲ ਕਹਿੰਦੇ ਆ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਮਰੱਥ ਪੁਰਸ਼ ਹੈ, ਤੇਰੀਆਂ ਹਰਕਤਾਂ ਤੋਂ ਕਿਤੇ ਅਪ੍ਰਸੰਨ ਨਾ ਹੋ ਜਾਣ। ਜ਼ਰੂਰੀ ਥੋੜੀ ਆ ਵੀ ਉਹ ਗੁਰਤਾ ਗੱਦੀ ਜੇ ਤੈਨੂੰ ਨਹੀਂ ਦੇਣਗੇ ਤੇ ਤੇਰੇ ਛੋਟੇ ਭਰਾ ਤਾਂ ਗੁਰੂ ਹਰਿਰਾਏ ਸਾਹਿਬ ਜੀ ਨੂੰ ਹੀ ਦੇਣਗੇ। ਉਹਨਾਂ ਦੀ ਮਰਜ਼ੀ ਹੈ, ਸਮਰੱਥ ਹੈ। ਹੋ ਸਕਦਾ ਹੈ ਤੇਰੇ ਚਾਚੇ ਨੂੰ ਕਿਸੇ ਨੂੰ ਬਖਸ਼ਿਸ਼ ਕਰ ਦੇਣ, ਬਾਬਾ ਸੂਰਜਮਲ ਜੀ, ਬਾਬਾ ਆਣੀ ਰਾਏ ਜੀ ਜਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿੱਚੋਂ। ਸੋ ਮਨਸ਼ਾ ਇਹ ਆ ਉਹਨਾਂ ਦੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਸਰਬੱਗ ਦਰਸਾਉਣ ਦੀ, ਤੇ ਇਸ ਦੇ ਮਨ ਦੀ ਜਿਹੜੀ ਵਿਚਾਰ ਹੈ ਵੀ ਗੁਰਤਾ ਗੱਦੀ ਮੈਨੂੰ ਮਿਲੇ, ਮੇਰੇ ਛੋਟੇ ਭਰਾ ਨੂੰ ਨਾ ਮਿਲੇ, ਉਸ ਤੁੱਛ ਵਿਚਾਰ ਦੀ ਨਿਰਵਿਰਤੀ ਦੀ ਕੋਸ਼ਿਸ਼ ਹੈ ਮਾਤਾ ਜੀ ਦੀ। ਮਾਤਾ ਨੇਤੀ ਜੀ ਪੂਰਨ ਸਨ, ਪੂਰਨ ਪੁਰਸ਼ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਮਹਿਲ ਤੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ੁਭ ਮਾਤਾ ਜੀ, ਜਿਨ੍ਹਾਂ ਦੀ ਕੁੱਖ ਤੋਂ ਐਡੇ ਸੁੰਦਰ ਸਪੂਤ ਅਧਿਆਤਮਕ ਪੁਰਸ਼ ਪੂਰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ ਧਾਰਿਆ ਹੋਵੇ, ਉਹਨਾਂ ਦੀ ਨਿਰੀ ਦੁਨਿਆਵੀ ਮੱਤ ਹੋਵੇ ਤੇ ਉਹਨਾਂ ਦੇ ਬਚਨਾਂ ਨੂੰ ਆਪਾਂ ਨਿਰੇ ਦੁਨਿਆਵੀ ਪੱਖ ਤੋਂ ਹੀ ਸੋਚੀਏ, ਇਹ ਅਯੋਗ ਹੋ ਜਾਏਗਾ। ਇਹਨਾਂ ਬਚਨਾਂ ਦੀ ਗੰਭੀਰਤਾ ਨੂੰ ਸਮਝਣ ਦੀ ਜ਼ਰੂਰਤ ਹੈ। ਸੋ ਮਾਤਰ ਇੰਨਾ ਉਹਨਾਂ ਦਾ ਮਨੋਰਥ ਹੈ ਕਿ ਧੀਰਮਲ ਦੇ ਹਿਰਦੇ ਦਾ ਦਵੈਸ਼ ਕਿਸੇ ਨਾ ਕਿਸੇ ਤਰੀਕੇ ਸ਼ਾਂਤ ਹੋਵੇ ਗੁਰੂ ਹਰਿਰਾਏ ਸਾਹਿਬ ਜੀ ਦੇ ਪ੍ਰਤੀ ਜੋ ਬਣਿਆ ਹੋਇਆ ਹੈ। ਔਰ ਜੋ ਅਲਪਗਤਾ ਇਹ ਅਪਣਾਈ ਬੈਠਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਤੀ, ਮਹਾਰਾਜ ਸੱਚੇ ਪਾਤਸ਼ਾਹ ਦਾ ਸਨਮਾਨ ਨਹੀਂ ਕਰਦਾ, ਉਹਨਾਂ ਨੂੰ ਸਮਰੱਥ ਨਹੀਂ ਜਾਣਦਾ, ਇਹਦੀ ਤੁੱਛ ਮੱਤ ਮਿਟ ਜਾਵੇ ਕਿਤੇ। ਇਹ ਇਸ ਮਨੋਰਥ ਦੇ ਨਾਲ ਮਾਤਾ ਜੀ ਵਚਨ ਪੇਸ਼ ਕਰ ਰਹੇ ਆ, ਨਿਰੇ ਦੁਨਿਆਵੀ ਰੁਤਬੇ ਤੋਂ ਨਹੀਂ, ਵੀ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਵੀ ਇਹ ਗੁਰਤਾ ਗੱਦੀ ਕਿਹਨੂੰ ਪ੍ਰਾਪਤ ਹੋਏਗੀ ਕਿਹਨੂੰ ਨਹੀਂ। ਆਪਾਂ ਕਈ ਵੇਰ ਗੁਰਮਤਿ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਕੂਕਦੇ ਤੇ ਬਹੁਤ ਆ, ਪਰ ਭੁੱਲ ਜਾਂਦੇ ਆ ਅਸੀਂ ਅਲਪੱਗ ਦਾ ਇਹੀ ਤੇ ਫਿਰ ਕਸੂਰ ਹੁੰਦਾ ਹੈ। ਆਪਦੇ ਅਹੰਕਾਰ ਦੇ ਵਿੱਚ ਉਲਝ ਜਾਂਦਾ ਵੀ ਮੈਂ ਹੀ ਗਿਆਤਾ, ਮੈਂ ਹੀ ਗਿਆਨੀ ਆ, ਜੋ ਮੈਂ ਪੇਸ਼ ਕਰਦਾ ਮੇਰਾ ਹੀ ਨਜ਼ਰੀਆ ਸਹੀ ਹੈ, ਬਾਕੀ ਇਤਿਹਾਸ ਵੀ ਝੂਠਾ, ਬਾਕੀ ਧਾਰਮਿਕ ਗ੍ਰੰਥ ਵੀ ਝੂਠੇ, ਰਹਿਤਨਾਮੇ ਵੀ ਝੂਠੇ, ਜਿਨ੍ਹਾਂ ਨੇ ਹੋਰਨਾਂ ਨੇ ਕਥਾ ਕੀਤੀ ਉਹ ਵੀ ਸਾਰੇ ਝੂਠੇ, ਮੈਂ ਹੀ ਸੱਚਾ ਰਹਿ ਗਿਆ ਇਕੱਲਾ, ਜੋ ਮੈਂ ਕਵਾਂ ਉਹੀ ਸੱਚ ਹੈ। ਇਸ ਅਹੰ ਬੁੱਧੀ ਦੇ ਵਿੱਚ ਉਲਝ ਜਾਂਦੇ ਆਪਾਂ। ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਬਚਨ ਹੈ, ਜਿਨ੍ਹਾਂ ਨੇ ਤਤ ਪ੍ਰਾਪਤ ਕੀਤਾ ਨਾ ਬ੍ਰਹਮ ਗਿਆਨ, ਜਿਹੜੇ ਪੂਰਨ ਹੈ, ਉਹ ਕਹਿੰਦੇ ਹੋਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ। ਜਿਹੜੇ ਰੱਬ ਦੇ ਨੇੜੇ ਹੁੰਦੇ ਆ ਨਾ, ਉਹ ਕਿਸੇ ਨੂੰ ਵੀ ਭੇਦ ਨਹੀਂ ਦਿੰਦੇ, ਕਿਸੇ ਨੂੰ ਵੀ ਨਹੀਂ, ਕਿਸੇ ਨੂੰ ਮਤਲਬ ਕਿਸੇ ਨੂੰ ਵੀ ਨਹੀਂ, ਆਪਣੇ ਆਪ ਪਰਿਵਾਰਕ ਮੈਂਬਰਾਂ ਨੂੰ ਵੀ ਨਹੀਂ। ਉਹਨਾਂ ਦੇ ਮੁਰਾਤਬੇ ਨੂੰ ਸਮਝਣ ਦੇ ਲਈ ਕਮਾਈ ਕਰਨੀ ਪੈਂਦੀ ਆ, ਉਹਨਾਂ ਦੀ ਸਰਬੱਗਤਾ ਨੂੰ ਜਾਣਨ ਦੇ ਲਈ ਉਹਨਾਂ ਦੇ ਬਚਨ ਮੰਨਣੇ ਪੈਂਦੇ ਆ, ਚਾਹੇ ਕੋਈ ਹੋਵੇ। ਉਹਨਾਂ ਪਾਸੋਂ ਉਹ ਬਖਸ਼ਿਸ਼ਾਂ ਪ੍ਰਾਪਤ ਕਰ ਸਕਦਾ ਜਿਹੜਾ ਉਹਨਾਂ ਦੇ ਸਾਹਮਣੇ ਜਗਿਆਸੂ ਬਣ ਕੇ ਜਾਵੇ। ਬਾਬਾ ਕਬੀਰ ਸਾਹਿਬ ਦੇ ਭਗਤ ਕਬੀਰ ਸਾਹਿਬ ਜੀ ਦੇ 2 ਆਨੰਦ ਕਾਰਜ ਹੋਏ ਸੀ, 2 ਸ਼ਾਦੀਆਂ ਸੀ ਸਾਹਿਬਾਂ ਦੀਆਂ। ਉਹਨਾਂ ਦੀ ਜੀਵਨ ਸ਼ੈਲੀ, ਉਹਨਾਂ ਦੇ ਇਤਿਹਾਸ ਦੇ ਵਿੱਚ ਇਹ ਗੱਲ ਦਰਜ ਹੈ। ਮਾਤਾ ਲੋਈ ਜੀ ਉਹਨਾਂ ਦੇ ਦੂਜੇ ਮਹਿਲ ਸੀ, ਜਿਹੜੀ ਪਹਿਲੀ ਸੁਪਤਨੀ ਸੀ ਉਹ ਤਿਆਗ ਕਰ ਗਈ ਸੀ ਸਾਹਿਬ ਕਬੀਰ ਸਾਹਿਬ ਜੀ ਦਾ, ਇਸ ਕਰਕੇ ਕਿ ਇਹ ਰੱਬ ਦੇ ਭਗਤ ਹੈ, ਇਹ ਸਮਾਜਿਕ ਦੁਨਿਆਵੀ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦੇ।
ਉਹਨਾਂ ਦੀ ਮੱਤ ਨਹੀਂ ਸੀ ਰਲੀ। ਤੇ ਜੇ ਸਾਹਿਬ ਚਾਹੁੰਦੇ, ਉਹ ਵੀ ਤੇ ਉਹਨਾਂ ਦੇ ਮਹਿਲ ਹੀ ਸੀ। ਜੇ ਭਗਤ ਕਬੀਰ ਸਾਹਿਬ ਜੀ ਹੋਰ ਕਰੋੜਾਂ ਲੋਕਾਂ ਨੂੰ ਗਿਆਨ ਦੇ ਸਕਦੇ ਆ, ਤੇ ਆਪਣੇ ਘਰ ਵਾਲੀ ਬੀਬੀ ਨੂੰ, ਆਪਣੀ ਸਪਤਨੀ ਨੂੰ ਨਹੀਂ ਸੀ ਦੇ ਸਕਦੇ। ਫਿਰ ਮਾਤਾ ਲੋਈ ਜੀ ਨੂੰ ਵੀ ਤੇ ਬਖਸ਼ਿਸ਼ ਕੀਤਾ ਹੀ ਸੀ ਗਿਆਨ, ਉਹ ਵੀ ਤੇ ਉਹਨਾਂ ਦੇ ਘਰ ਦੇ ਵਿੱਚ ਵਸੇ ਹੀ ਹੈ। ਉਹਨਾਂ ਦੇ ਗਰਭ ਤੋਂ, ਉਹਨਾਂ ਦੀ ਪਾਵਨ ਕੁੱਖ ਤੋਂ ਭਗਤ ਕਬੀਰ ਸਾਹਿਬ ਜੀ ਦੇ ਪੁੱਤਰ ਕਮਾਲਾ ਜੀ ਨੇ ਜਨਮ ਲਿਆ, ਉਹ ਵੀ ਬ੍ਰਹਮ ਗਿਆਨੀ ਸੀ। ਇੱਕ ਪੁੱਤਰੀ ਕਮਾਲੀ ਜੀ ਨੇ ਜਨਮ ਲਿਆ, ਉਹ ਵੀ ਬ੍ਰਹਮ ਗਿਆਨੀ ਸਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਬਚਨ ਹੈ, ਸਾਹਿਬਾਂ ਦੇ ਪੁੱਤਰ ਦਾ ਨਾਮ ਆਉਂਦਾ ਹੈ, ਬੂਢਾ ਬੰਸ ਕਬੀਰ ਕਾ ਉਪਜਿਆ ਪੂਤ ਕਮਾਲ। ਇੱਥੇ ਕਮਾਲ ਨਾਮ ਆਇਆ, ਵੈਸੇ ਕਪਾਲਾ ਤੇ ਕਪਾਲੀ ਨਾਮ ਆਉਂਦਾ ਹੈ ਸਾਹਿਬਾਂ ਦੀ ਸੰਤਾਨ ਦਾ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਮਾਲ ਨਾਮ ਆਇਆ, ਇਸ ਕਰਕੇ ਮੈਂ ਕਮਾਲ ਤੇ ਕਮਾਲੀ ਜੀ ਕਿਹਾ। ਸੋ ਜੇ ਬਾਅਦ ਦੇ ਵਿੱਚ ਦੇ ਸਕਦੇ ਸੀ, ਪਹਿਲਾਂ ਕਿਉਂ ਨਹੀਂ? ਕਾਰਨ ਕੀ ਸੀ? ਕਿਉਂਕਿ ਉਹਨਾਂ ਪਾਸ ਜਗਿਆਸੂ ਬੁੱਧੀ ਨਹੀਂ ਸੀ। ਇਸ ਕਰਕੇ ਅਧਿਆਤਮ ਪੱਖ ਦੀਆਂ ਬਖਸ਼ਿਸ਼ਾਂ ਦੀ ਪ੍ਰਾਪਤੀ ਉਹੀ ਕਰ ਸਕਦਾ ਜਿਹੜਾ ਬੁੱਧੀ ਤੋਂ ਜਗਿਆਸੂ ਬਣ ਜਾਵੇ, ਜਿਹੜਾ ਗਿਆਨ ਲੈਣ ਦਾ ਇੱਛਾਵਾਨ ਹੋ ਜਾਵੇ, ਉਹ ਪ੍ਰਾਪਤੀ ਦਾ ਹੱਕ ਰੱਖਦਾ ਹੈ। ਇੱਥੇ ਕੋਈ ਜੋਰਾ ਜਬਰੀ ਜਾਂ ਕਾਨੂੰਨੀ ਹੱਕ ਨਹੀਂ ਸਾਬਤ ਕਰ ਸਕਦਾ ਇਸ ਦਰ ਤੇ। ਇਹ ਪ੍ਰੇਮ ਦੀ ਖੇਡ ਹੈ। ਇੱਥੋਂ ਜੋ ਪ੍ਰਾਪਤ ਹੁੰਦਾ ਪ੍ਰੇਮ ਨਾਲ ਪ੍ਰਾਪਤ ਹੁੰਦਾ, ਨਾ ਜ਼ੋਰ ਨਾਲ, ਨਾ ਸਕੀਮ ਨਾਲ, ਨਾ ਛਲ ਨਾਲ, ਨਾ ਕਪਟ ਨਾਲ, ਨਾ ਦਾਅਵਿਆਂ ਨਾਲ। ਦਾਵਾ ਦਾਜ ਨਾ ਹੋਤ ਹੈ। ਸਤਿਗੁਰੂ ਦੀ ਪਾਵਨ ਬਾਣੀ ਦੇ ਬੋਲ, ਨਿਰਦਾਵਾ ਨਿਰਸੰਕ। ਮਹਾਰਾਜ ਕਹਿੰਦੇ ਜ਼ੋਰ ਨਾਲ, ਦਾਅਵਿਆਂ ਨਾਲ ਕੋਈ ਕੀ ਪ੍ਰਾਪਤ ਕਰ ਲਊਗਾ? ਜਿਹੜੇ ਨਿਰਦਾਵੇ ਰਹਿੰਦੇ ਆ, ਨਿਮਰਤਾ ਵਿੱਚ ਨਿਉ ਕੇ ਰਹਿੰਦੇ, ਪ੍ਰੇਮ ਦੇ ਵਿੱਚ, ਉਹ ਨਿਡਰ ਹੋ ਕੇ ਬਿਨਾਂ ਸੰਸੇ ਤੋਂ ਸਭ ਕੁਝ ਲੈ ਜਾਂਦੇ ਗੁਰੂ ਦਰ ਤੋਂ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਸਭ ਕੁਝ ਹੀ, ਹਰੇਕ ਸ਼ੈ ਹੈ ਸੱਚੇ ਪਾਤਸ਼ਾਹ ਦੇ ਦਰ ਤੇ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ, ਪਰ ਆਪਣੇ ਆਪ ਨੂੰ ਜੋ ਬਣਾਉਣਾ ਪੈਂਦਾ। ਸੋ ਮਾਤਾ ਜੀ ਇਸ ਨਜ਼ਰੀਏ ਤੋਂ ਸਮਝਾ ਰਹੇ ਆ ਧੀਰਮਲ ਨੂੰ, ਨਾ ਕਿ ਇਹ ਕਲੇਸ਼ ਨਹੀਂ ਹੈ। ਮੈਂ ਇੱਕ ਹੋਰ ਬੇਨਤੀ ਕਰਦਾ, ਜੇ ਧੀਰਮਲ ਵੱਖਰਾ ਹੋ ਕੇ ਬੈਠਾ ਹੈ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲੈ ਕੇ ਨਹੀਂ ਮੰਨਦਾ, ਗੁਰੂ ਹਰਗੋਬਿੰਦ ਸਾਹਿਬ ਨੂੰ ਨਹੀਂ ਸਾਹਿਬਾਂ ਦੇ ਦਰ ਤੇ ਆਉਂਦਾ, ਜੇ ਈਰਖਾ ਕਰ ਰਿਹਾ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ, ਤੇ ਇਹ ਆਪਣੇ ਦੁਨਿਆਵੀਆਂ ਵਰਗਾ ਕਲੇਸ਼ ਨਹੀਂ ਹੈ। ਇਹ ਗੁਰੂ ਘਰ ਦੇ ਵਿੱਚ ਇਹੋ ਜਿਹਾ ਕਲੇਸ਼ ਨਾ ਸਮਝ ਲੈਣਾ ਕਿਤੇ। ਇਹ ਕੌਤਕ ਹੈ, ਤੇ ਕੌਤਕਾਂ ਨੂੰ ਸਮਝਣਾ ਪੈਂਦਾ ਗੁਰੂ ਕੀ ਸੰਗਤ ਜੀ। ਉਹਦੇ ਲਈ ਵਿਆਪਕ ਮਤ ਹੋਣੀ ਚਾਹੀਦੀ, ਉਹਦੇ ਲਈ ਸ਼ਰਧਾਲੂ ਬੁੱਧੀ ਹੋਣੀ ਚਾਹੀਦੀ, ਉਹਦੇ ਲਈ ਜਗਿਆਸੂ ਮਤ ਹੋਣੀ ਚਾਹੀਦੀ ਹੈ। ਗੁਰੂ ਘਰ ਦੇ ਕਿਸੇ ਵੀ ਕੌਤਕ ਨੂੰ, ਗੁਰੂ ਘਰ ਦੇ ਕਿਸੇ ਵੀ ਜੀਵਨ ਦੇ ਹਿੱਸੇ ਨੂੰ ਨਿਰੇ ਦੁਨਿਆਵੀ ਦਰਜੇ ਦੇ ਨਾਲ, ਨਜ਼ਰੀਏ ਨਾਲ ਕਦੇ ਨਾ ਤੋਲਿਓ। ਇਹ ਨਾ ਸੋਚੋ ਜਿਵੇਂ ਸਾਡੀਆਂ ਜਾਂ ਦੁਨਿਆਵੀਆਂ ਦੀਆਂ ਆਪਸਰੀ ਵਿੱਚ ਲੜਾਈਆਂ ਹੁੰਦੀਆਂ, ਇਹ ਲੜਾਈਆਂ ਕਿਤੇ ਗੁਰੂ ਸਪੁੱਤਰਾਂ ਦੀਆਂ ਜਾਂ ਗੁਰੂ ਸਾਹਿਬਾਨਾਂ ਦੀਆਂ ਸੀ। ਨਹੀਂ ਨਹੀਂ ਨਹੀਂ, ਇਹਨਾਂ ਘਰੇਲੂ ਝਗੜਿਆਂ ਦੇ ਸ਼ਿਕਾਰ ਹੋਏ ਲੋਕ ਕਦੇ ਕਾਮਯਾਬੀਆਂ ਪ੍ਰਾਪਤ ਨਹੀਂ ਕਰ ਸਕੇ, ਦੁਨਿਆਵੀ ਤੌਰ ਤੇ ਨਹੀਂ ਕਰ ਸਕੇ, ਅਧਿਆਤਮਿਕ ਤੌਰ ਤੇ ਕੀ ਕਰਨੀਆਂ ਸੀ ਕਿਸੇ ਨੇ। ਇਸ ਕਰਕੇ ਵਿਚਾਰ ਨਹੀਂ ਮਨ ਵਿੱਚ ਲਿਆਉਣੀ। ਇਹ ਖੇਡਾਂ ਸੀ, ਖੇਡਾਂ ਜਾਂਦਣੀਆਂ, ਇਹ ਕੌਤਕ ਸੀ, ਇਹਨਾਂ ਨੂੰ ਕੌਤਕ ਦੇ ਨਜ਼ਰੀਏ ਤੋਂ ਪਰਖਣ ਦੀ ਕੋਸ਼ਿਸ਼ ਕਰਨੀ। ਇਹ ਲੀਲਾ ਸਨ ਮਹਾਰਾਜ ਦੀਆਂ, ਜਿਨ੍ਹਾਂ ਨੂੰ ਅਸੀਂ ਕਦੇ ਵੀ ਛੂਹ ਨਹੀਂ ਸਕਦੇ। ਇਹ ਉਹ ਖੇਲ ਖੇਲ ਅਖੇਲ ਖੇਲਣ, ਅੰਤ ਕੋ ਫਿਰ ਏਕ ਵਾਲੀ ਗੱਲ ਸੀ। ਪ੍ਰਿਥੀ ਚੰਦ ਦਾ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਨਾਲ ਝਗੜਾ ਇਸੇ ਕਰਕੇ ਕੁਛ ਨਹੀਂ ਵਿਗਾੜ ਸਕਿਆ, ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਉਹ ਲੀਲਾ ਸੀ। ਝਗੜਾ ਕੇਵਲ ਪ੍ਰਿਥੀ ਚੰਦ ਵੱਲੋਂ ਸੀ, ਗੁਰੂ ਅਰਜਨ ਦੇਵ ਸਾਹਿਬ ਵਾਲੇ ਬੰਦਿਓਂ ਨਹੀਂ ਸੀ। ਮਹਾਰਾਜ ਦੀ ਲੀਲਾ ਸੀ ਕੇਵਲ। ਇਹ ਜੋ ਦਵੈਸ਼ ਹੈ ਕੇਵਲ ਧੀਰਮਲ ਵੱਲੋਂ ਆ, ਗੁਰੂ ਹਰਿਰਾਏ ਸਾਹਿਬ ਜੀ ਵੱਲੋਂ ਜਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਲੋਂ ਨਹੀਂ ਹੈ। ਇਸੇ ਕਰਕੇ ਗੁਰੂ ਹਰਿਰਾਏ ਸਾਹਿਬ ਜਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਤੇ ਕੋਈ ਅਸਰ ਨਹੀਂ, ਇਹਦਾ ਬੇਅਸਰ ਆ।
ਇਸੇ ਕਰਕੇ ਕੌਤਕ ਹੋ ਜਾਂਦੇ। ਪੂਰਨ ਪੁਰਸ਼ਾਂ ਦੇ ਕੌਤਕ ਹੁੰਦੇ ਆ, ਕਰਤੱਵ ਹੁੰਦੇ ਆ, ਖੇਡਾਂ ਹੁੰਦੀਆਂ, ਲੀਲਾ ਹੁੰਦੀਆਂ, ਦੁਨਿਆਵੀਆਂ ਦੇ ਕੰਮ ਹੁੰਦੇ ਆ, ਕਿਰਤ ਹੁੰਦੀ ਹੈ, ਉਹਨਾਂ ਦੀ ਕਿਰਤ 'ਚ ਹਉਮੈ ਹੁੰਦੀ ਹੈ, ਉਹ ਕਰਤੇ ਹੁੰਦੇ ਆ, ਇਸ ਕਰਕੇ ਭੋਗਤੇ ਹੁੰਦੇ ਆ। ਪੂਰਨ ਪੁਰਸ਼ ਕਦੇ ਕਰਤੇ ਨਹੀਂ ਹੁੰਦੇ, ਇਸ ਕਰਕੇ ਕਦੇ ਵੀ ਭੋਗਤੇ ਨਹੀਂ ਹੁੰਦੇ। ਮਾਤਾ ਨੇਤੀ ਜੀ ਕਰਤੇ ਨਹੀਂ ਹਨ, ਇਸ ਕਰਕੇ ਭੋਗਤੇ ਵੀ ਨਹੀਂ ਹਨ। ਮਾਤਾ ਨੇਤੀ ਜੀ ਉਪਦੇਸ਼ ਦੇ ਰਹੇ ਆਪਣੇ ਪੁੱਤਰ ਨੂੰ, ਨਿਰੀ ਕੋਰੀ ਦੁਨਿਆਵੀ ਸੋਝੀ ਸਮਝਣੀ। ਮਾਤਾ ਜੀ ਦੇ ਬਚਨਾਂ ਦੇ ਵਿੱਚ ਚਲਾਕੀ ਨਹੀਂ ਹੈ, ਮਾਤਾ ਜੀ ਦੇ ਬਚਨਾਂ ਦੇ ਵਿੱਚ ਛਲ ਵਾਲੀ ਮਿਠਾਸ ਨਹੀਂ ਹੈ ਵੀ ਮੈਂ ਆਪਦੇ ਪੁੱਤਰ ਨੂੰ ਛਲ ਕੇ ਲੈ ਜਾਵਾਂ ਤੇ ਆਪਦੇ ਛੋਟੇ ਪੁੱਤਰ ਦਾ ਹੁੰਦਾ ਕਾਰਜ ਰਾਸ ਕਰਵਾ ਲਵਾਂ। ਉਹ ਸਿੱਧੇ ਸਪਸ਼ਟ ਤੌਰ ਤੇ ਸਮਝਾਉਂਦੇ ਆ ਵੀ ਜੇ ਗੁਰੂ ਹਰਿ ਸਾਹਿਬ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਤੇ ਤੂੰ ਸਮਝ ਲਾ ਵੀ ਉਹ ਤੇਰੇ ਨਾਲੋਂ ਯੋਗ ਆ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਸਮਦ੍ਰਿਸ਼ਟੇ ਆ, ਜ਼ਰੂਰੀ ਨਹੀਂ ਵੀ ਗੁਰੂ ਹਰਿ ਸਾਹਿਬ ਨੂੰ ਬਖਸ਼ਿਸ਼ ਕਰਨ। ਤੂੰ ਚੱਲ, ਜੇ ਤੇਰੇ ਵਿੱਚ ਕੋਈ ਗੁਣ ਹੋਇਆ, ਤੂੰ ਯੋਗ ਹੋਇਆ ਤੇ ਮਹਾਰਾਜ ਤੈਨੂੰ ਵੀ ਗੁਰਤਾ ਗੱਦੀ ਤੇ ਬਿਠਾ ਦੇਣਗੇ। ਸਿੱਧੇ ਸਪਸ਼ਟ ਲਫ਼ਜ਼ਾਂ ਵਿੱਚ ਕਹਿ ਰਹੇ ਮਾਤਾ ਜੀ। ਤੇ ਜ਼ਰੂਰੀ ਥੋੜੀ ਵੀ ਤੁਹਾਡਾ ਦੋਵਾਂ ਭਰਾਵਾਂ ਦਾ ਹੀ ਨਾਮ ਲਿਖਿਆ, ਹੋ ਸਕਦਾ ਤੁਹਾਡੇ ਚਾਚਿਆਂ ਦੇ ਵਿੱਚੋਂ ਕਿਸੇ ਨੂੰ ਬਖਸ਼ਿਸ਼ ਹੋ ਜਾਵੇ। ਇਸ ਕਰਕੇ ਇਹ ਮਲੀਨਤਾ ਮਨ ਦੀ ਤਿਆਗ ਦੇ, ਇਹ ਮਤ ਦੀ ਅਲਪਗਤਾ ਇਹ ਤਿਆਗ ਦੇ ਤੇ ਸਿੱਧਾ ਹੋ ਕੇ ਕੀਰਤਪੁਰ ਸਾਹਿਬ ਨੂੰ ਤੁਰ ਗੁਰੂ ਹਰਗੋਬਿੰਦ ਸਾਹਿਬ ਦੇ ਹਜ਼ੂਰ ਪਹੁੰਚਣ ਲਈ। ਆਪਣਾ ਭਲਾ ਕਰੋ ਨਿਰਜਾਸ, ਆਪਣਾ ਭਲਾ ਕਰ ਲੈ, ਇਸੇ ਕੰਮ ਦੇ ਵਿੱਚ ਸਮਝ ਲੈ ਤੂੰ ਮੁਕਤ ਹੋ ਜਾਏਗਾ, ਤੇਰਾ ਭਲਾ ਹੋ ਜਾਏਗਾ। ਅਨਗਨ ਸੰਗਤ ਤਹ ਚਲ ਆਈ, ਬੇਗਿਣਤ ਸੰਗਤ ਉੱਥੇ ਚੱਲ ਕਰਕੇ ਆਈ ਹੋਈ ਹੈ। ਨਿਕਟ ਪਿਤਾ ਮੇ ਲੇਹੁ ਪੁਜਾਈ, ਇਸ ਕਰਕੇ ਤੂੰ ਵੀ ਪਹੁੰਚ ਹੁਣ ਆਪਣੇ ਪਿਤਾਮੇ ਦਾਦੇ ਸਤਿਗੁਰੂ ਹਰਗੋਬਿੰਦ ਸਾਹਿਬ ਪਾਸ। ਫੇਰ ਨਾ ਫੇਰ ਸਕੈ ਗੋਕੋ, ਫੇਰ ਤੇਰੇ ਤਾਈਂ ਕੋਈ ਵੀ ਵਾਪਸ ਨਹੀਂ ਮੋੜ ਸਕੇਗਾ। ਅਬ ਜੇ ਹੀਰ ਲਹਿੰਗੇ ਜੋ, ਹੁਣ ਜੇ ਕਰਕੇ ਤੈਨੂੰ ਉਹ ਵੇਖ ਲੈਣਗੇ ਉੱਥੇ ਆਏ ਹੋਏ ਨੂੰ, ਤੇਰੇ ਤੋਂ ਨਿਗਾਹ ਨਹੀਂ ਫੇਰਨਗੇ, ਤੇਰੇ ਤੋਂ ਪਾਸਾ ਨਹੀਂ ਕਰਨਗੇ। ਗਾਦੀ ਦੇਹ ਕਿਦਾਂ ਨਹ ਦੇਹ, ਇਹ ਉਹਨਾਂ ਦੀ ਮੌਜ ਹੈ, ਤੈਨੂੰ ਗੁਰਤਾ ਗੱਦੀ ਦੇਣ ਚਾਹੇ ਨਾ ਦੇਣ, ਇਹ ਉਹਨਾਂ ਦਾ ਆਪਣਾ ਕੌਤਕ ਹੈ, ਇਹ ਉਹਨਾਂ ਦਾ ਆਪਣਾ ਨਜ਼ਰੀਆ ਹੈ ਗਰੀਬ ਨਵਾਜ ਸੱਚੇ ਪਾਤਸ਼ਾਹ ਦਾ। ਨਿਜ ਪੁਜ ਬਾਵਨ ਬੈਠ ਕਰੇ, ਇਸ ਕਰਕੇ ਇਹ ਗੱਲ ਮਨ ਦੇ ਵਿੱਚੋਂ ਕੱਢ ਦੇ, ਜੇ ਤੂੰ ਸਤਿਗੁਰਾਂ ਦੇ ਚਰਨਾਂ ਨੂੰ ਜਾ ਕੇ ਪਕੜ ਲਏਗਾ, ਬਿਨਾਂ ਗੁਰਤਾ ਗੱਦੀ ਤੋਂ ਵੀ ਤੇਰੀ ਪੂਜਾ ਹੋਏਗੀ। ਏਮ ਸੁਨ ਕਰ ਹੋਇਓ ਤਬ ਤਿਆਰ, ਕਹਿੰਦੇ ਜਦੋਂ ਇਹ ਬਚਨ ਸੁਣੇ, ਇਉਂ ਸੁਣ ਕਰਕੇ ਫਿਰ ਧੀਰਮਲ ਤਿਆਰ ਹੋ ਗਿਆ ਜਾਣ ਦੇ ਲਈ। ਭਈ ਸਕਾਰ ਭਇਓ ਅਸਵਾਰ, ਸਵੇਰ ਹੁੰਦਿਆਂ ਸਾਰ ਇਸਨੇ ਸਵਾਰੀ ਉੱਪਰ ਸਵਾਰ ਹੋ ਕੇ ਤਿਆਰੀ ਕੀਤੀ ਹੈ। ਤੁਰਨ ਮਗ ਚੱਲ ਆਏ ਪਹੁੰਚਾ, ਚੱਲ ਕਰਕੇ ਰਸਤੇ ਦੇ ਵਿੱਚ ਆ ਕੇ ਕੀਰਤਪੁਰ ਸਾਹਿਬ ਪਹੁੰਚ ਗਿਆ। ਜਹਾਂ ਬਿਰਾਜਹ ਸਤਿਗੁਰ ਊਚਾ, ਜਿੱਥੇ ਉੱਚੇ ਭਾਵ ਸਮਰੱਥ ਸਰਬੱਗ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਵਕਤ ਬਿਰਾਜ ਰਹੇ ਹਨ। ਸੋ ਇੱਥੋਂ ਤੱਕ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਆਈ। ਵਿਚਾਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੇ ਖਿਮਾ ਬਖਸ਼ਣੀ, ਅੱਗੇ ਤੋਂ ਸ੍ਰੇਸ਼ਟ ਮਤ ਬਖਸ਼ਣੀ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਤੁਰਨ ਮਗ ਚੱਲ ਆਏ ਪਹੁੰਚਾ, ਜਹਾਂ ਬਿਰਾਜਹ ਸਤਿਗੁਰ ਊਚਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ